प्यारे बच्चों, वैरी गुड आफ्टरनून। प्यारे बच्चों, ਅੱਜ ਅਸੀਂ ਪੰਜਾਬੀ ਪਾਠ ਪੁਸਤਕ ਦਾ ਪਾਠ 16 ਸਰਗੀ ਦੀ ਲੋਹ ਕਵਿਤਾ ਦਾ ਸਾਰ ਕਰਾਂਗੇ। ਸਾਰ ਕਰਨ ਤੋਂ ਪਹਿਲਾਂ ਬੱਚੋ ਕਵਿਤਾ ਦੀ ਵਿਆਖਿਆ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ। ਕਵਿਤਾ ਦੀ ਵਿਆਖਿਆ ਤੋਂ ਬਾਅਦ ਹੀ ਤੁਸੀਂ ਸਾਰ ਨੂੰ ਕਰ ਸਕਦੇ ਹੋ। ਬੱਚੋ ਇੱਕ ਸਮਾਂ ਹੁੰਦਾ ਹੈ, ਤੁਸੀਂ ਸਾਰੇ ਬੱਚੇ ਆਪਣੀ ਪੰਜਾਬੀ ਪਾਠ ਪੁਸਤਕ ਦਾ पेज नंबर 104, 105 सरगी दी लोक कविता निकालो। बच्चों, सरगी दी लो की होंदी है। सरगी सवेरे सवेरे प्रभात दा समा, हिंदी विच प्रभात दा समा आखदे हन, पंजाबी विच आखदे हन तड़के दा समा। तड़के में सवेर दा समा। सवेर दी लो वो की है? रोशनी। लो दा की अर्थ हुंदा है? प्रभात दी रोशनी। लो की है? रोशनी। सरगी की है? प्रभात। इस कविता विच कवि ने सरगी दी लो अते सूरज दी इकमिकता, सूरज दी इकमिकता की हुंदी है? इक्को जिहा होना। सरगी दी लो अते इकमिकता आपस विच मिलना ਨੂੰ ਪ੍ਰਗਟ ਕੀਤਾ ਹੈ ਅਤੇ ਸਰਗੀ ਦੀ ਲੋਹ ਦਾ ਸੂਰਜ ਪ੍ਰਤੀ ਮੋਹ ਵੀ ਹੈ। ਅਤੇ ਸਰਗੀ ਦੀ ਜਿਹੜੀ ਲੋਹ ਹੈ ਉਸ ਦਾ ਸੂਰਜ ਪ੍ਰਤੀ ਕੀ ਹੈ? ਮੋਹ ਹੈ। ਮੋਹ ਕੀ ਹੁੰਦਾ? ਪਿਆਰ ਹੈ। ਮੈਂ ਸਰਗੀ ਦੀ ਲੋਹ ਵੇ ਸੂਰਜਾ, ਮੈਂ ਸਰਗੀ ਦੀ ਲੋਹ। ਇਸ ਕਵਿਤਾ ਦੇ ਕਵੀ ਚਰਨ ਸੀਚੇਵਾਵਲੀ ਆਖਦੇ ਹਨ। ਚਰਨ ਸੀਚੇਵਾਵਲੀ ਆਖਦੇ ਹਨ ਕਿ ਮੈਂ ਸਰਗੀ ਦੀ, ਕਿ ਮੈਂ ਪ੍ਰਭਾਤ ਦੇ ਤੜਕੇ ਸਮੇਂ ਦੀ ਲੋਵਾਂ ਸੂਰਜਾ। ਸਰਗੀ ਦੀ ਲੋ ਸੂਰਜ ਨੂੰ ਕੀ ਆਖਦੀ ਹੈ ਕਿ ਵੇ ਸੂਰਜ, ਮੈਂ ਤੜਕੇ ਸਮੇਂ ਦੀ ਲੋਹ ਹਾਂ, ਮੈਂ ਤੜਕੇ ਸਮੇਂ ਦੀ ਰੋਸ਼ਨੀ ਹਾਂ। ਮੈਂ ਸਰਗੀ ਦੀ ਲੋ, ਮੈਂ ਪ੍ਰਭਾਤ ਤੜਕੇ ਸਮੇਂ ਦੀ ਲੋਹ ਹਾਂ। ਮੈਂ ਤੜਕੇ ਸਮੇਂ ਦੀ ਲੋਹ ਹਾਂ, ਤੜਕੇ ਸਮੇਂ ਦੀ ਲੋਹ ਹਾਂ। ਨੂਰ ਨਾਲ ਧਰਤੀ ਦਾ ਮੁਖੜਾ ਆ ਕੇ ਦੋਵੇਂ ਸੂਰਜਾ। ਨੂਰ ਨਾਲ, ਨੂਰ ਕੀ ਹੁੰਦਾ? ਪ੍ਰਕਾਸ਼ ਦੇ ਨਾਲ। ਧਰਤੀ ਦਾ ਮੁਖੜਾ ਆ ਕੇ ਦੋਵਾਂ ਵੇ ਸੂਰਜਾ। ਸਰਗੀ ਦੀ ਲੋਹ ਸੂਰਜ ਨੂੰ ਆਖਦੀ ਹੈ ਕਿ ਵੇ ਸੂਰਜਾ, ਕਿ ਹੇ ਸੂਰਜ ਤੂੰ ਆ ਤੇ ਆਪਣੇ ਪ੍ਰਕਾਸ਼ ਦੇ ਨਾਲ ਇਸ ਧਰਤੀ ਦਾ ਮੁਖੜਾ, ਇਸ ਪੂਰੀ ਧਰਤੀ ਦਾ ਮੂੰਹ ਧੋ ਦੇ। ਅਰਥਾਤ ਇਸ ਪੂਰੀ ਧਰਤੀ ਦੇ ਵਿੱਚ ਪ੍ਰਕਾਸ਼ ਦਾ ਉਜਾਲਾ ਕਰ ਦੇ। ਮੈਂ ਸਰਗੀ ਦੀ ਲੋਹ, ਮੈਂ ਸਰਗੀ ਦੀ ਲੋਹ ਹਾਂ। ਅਰਥਾਤ ਮੈਂ ਤੜਕੇ ਦੀ ਰੋਸ਼ਨੀ ਹਾਂ। ਸਰਗੀ ਕੀ ਹੁੰਦੀ ਹੈ? ਤੜਕੇ ਦੀ ਲੋ। ਜਦੋਂ ਬੱਚੋ ਰਾਤ ਹੁੰਦੀ ਹੈ ਤੇ ਸਾਰਾ ਆਸਮਾਨ ਕੀ ਹੋ ਜਾਂਦਾ ਹੈ? ਆਸਮਾਨ, ਸਾਰੇ ਲੋਕ ਸੋ ਜਾਂਦੇ ਹਨ, ਸਾਰੇ ਲੋਕ ਆਸਮਾਨ ਵਿੱਚ ਅੰਧੇਰਾ ਹੋ ਜਾਂਦਾ ਹੈ, ਸਾਰੀ ਧਰਤੀ 'ਤੇ ਵੀ ਅੰਧੇਰਾ ਹੋ ਜਾਂਦਾ ਹੈ। ਪਰ ਜਦੋਂ ਜਿਵੇਂ ਹੀ ਸੂਰਜ ਆਉਂਦਾ ਹੈ ਤੇ ਪੂਰੀ ਧਰਤੀ ਮਾਂ ਵਿੱਚ ਸੂਰਜ ਦੀ ਕਿਰਨਾਂ ਦੇ ਨਾਲ ਚਾਰੋਂ ਪਾਸੇ ਉਜਾਲਾ ਹੋ ਜਾਂਦਾ। ਤੇ ਸਰਗੀ ਦੀ ਲੋਹ ਵੀ ਕੀ ਕਹਿ ਰਹੀ ਹੈ ਕਿ ਸੂਰਜਾ ਤੂੰ, ਕਿ ਵੇ ਸੂਰਜ, ਕਿ ਹੇ ਸੂਰਜ ਭਗਵਾਨ ਤੂੰ ਆ ਤੇ ਇਸ ਧਰਤੀ ਤੇ ਮੁਖੜੇ ਨੂੰ ਆਪਣੇ ਨੂਰ ਦੇ ਨਾਲ ਇਸ ਧਰਤੀ ਦੇ ਮੁਖੜੇ ਨੂੰ ਧੋ ਦੇ। ਅਰਥਾਤ ਆਪਣੀ ਪ੍ਰਕਾਸ਼ ਦੇ ਨਾਲ ਇਸ ਪੂਰੀ ਧਰਤੀ ਤੇ ਉਜਾਲਾ ਕਰ ਦੇ। ਮੈਂ ਅੰਬਰ ਦਾ ਸੂਰਜ ਹਾਂ ਤੂੰ, ਮੈਂ ਅੰਬਰ ਦਾ ਸੂਰਜ ਹਾਂ ਤੂੰ, ਮੈਂ ਅੰਬਰ ਦੀ ਸਰਗੀ, ਵੇਖੀ ਬਹੁਤ ਮਾਨ ਨਾ ਕਰੀ, ਮੈਂ ਵੀ ਤੇਰੇ ਵਰਗੀ। ਸਰਗੀ ਦੀ ਲੋ ਸੂਰਜ ਨੂੰ ਕੀ ਆਖਦੀ ਏ? ਜੇ ਅੰਬਰ ਦਾ ਸੂਰਜ ਹੈ ਤਾਂ ਅੰਬਰ ਕੀ ਹੁੰਦਾ? ਆਸਮਾਨ। ਧਰਤੀ ਸਰਗੀ ਦੀ ਲੋ ਆਖਦੀ ਹੈ ਕਿ ਜੇ ਤੂੰ ਆਸਮਾਨ ਦਾ ਸੂਰਜ ਹੈ ਤੇ ਮੈਂ ਅੰਬਰ ਦੀ ਸਰਗੀ ਹਾਂ।
ਤੇ ਮੈਂ ਆਸਮਾਨ ਦੀ ਕੀ ਹਾਂ? ਸਰਗੀ ਹਾਂ, ਪ੍ਰਭਾਤ ਦਾ ਸਮਾਂ ਹਾਂ। ਵੇਖੀ ਬਹੁਤ ਮਾਨ ਨਾ ਕਰੀ, ਮੈਂ ਵੀ ਤੇਰੇ ਵਰਗੀ। ਸਰਗੀ ਦੀ ਲੋ ਆਖਦੀ ਹੈ ਕਿ ਵੇ ਸੂਰਜਾ, ਤੂੰ ਆਪਣੇ ਆਪ ਤੇ ਜ਼ਿਆਦਾ ਘਮੰਡ ਨਾ ਕਰੀ ਕਿ ਤੂੰ ਪੂਰੇ ਧਰਤੀ ਨੂੰ ਉਜਾਲਾ ਦੇਣਾ ਹਾਂ। ਮੈਂ ਵੀ ਤੇਰੇ ਵਰਗੀ ਹਾਂ, ਅਰਥਾਤ ਮੈਂ ਵੀ ਤੇਰੇ ਸਮਾਨ ਹਾਂ। ਮੈਂ ਵੀ ਸਰਗੀ ਦੀ ਲੋਹ ਹਾਂ, ਕਿਉਂਕਿ ਤੜਕੇ ਪ੍ਰਭਾਤ ਵੇਲੇ ਲੋਕ ਇਸ ਲਈ ਉੱਠ ਜਾਂਦੇ ਹਨ ਕਿਉਂਕਿ ਹੁਣ ਪ੍ਰਭਾਤ ਦਾ ਸਮਾਂ ਹੈ ਤੇ ਥੋੜੀ ਦੇਰ ਬਾਅਦ ਹੀ ਸੂਰਜ ਉਗਾਏਗਾ। ਤੇਰਾ ਮੇਰਾ ਰੂਪ ਵੇਖ ਕੇ ਨੇੜ ਨਾ ਸਕੇ ਖਲੋ ਵੇ ਸੂਰਜਾ। ਤੇਰਾ ਮੇਰਾ, ਸਰਗੀ ਦੀ ਲੋਕ ਕੀ ਆਖਦੀ ਹੈ ਕਿ ਤੇਰਾ ਤੇ ਮੇਰਾ ਰੂਪ ਨੂੰ ਵੇਖ ਕੇ ਸੂਰਜ ਸਾਡੇ ਕੋਲ, ਕਿ ਤੇਰੇ ਅਤੇ ਮੇਰੇ ਰੂਪ ਨੂੰ ਵੇਖ ਕੇ ਹਨੇਰ ਨਾ ਸਕੇ ਖਲੋਵੇ ਸੂਰਜਾ। ਕਿ ਤੇਰੇ ਅਤੇ ਮੇਰੀ ਰੋਸ਼ਨੀ ਨੂੰ ਵੇਖ ਕੇ ਹਨੇਰ ਕੀ ਹੁੰਦਾ? ਅੰਧੇਰਾ। ਅੰਧੇਰਾ ਸਾਡੇ ਕੋਲ ਖੜਾ ਨਹੀਂ ਹੋ ਸਕਦਾ। ਮੈਂ ਸਰਗੀ ਦੀ ਲੋ, ਮੈਂ ਤੜਕੇ ਵੇਲੇ ਦੀ ਰੋਸ਼ਨੀ ਹਾਂ। ਤੂੰ ਲੁਕਿਆ ਤਾਂ ਤੈਨੂੰ ਲੱਭ ਲੱਭ ਹੋ ਗਈ ਜਲ ਵਲੱਲੀ। ਤੂੰ ਲੁਕਿਆ ਤਾਂ ਤੈਨੂੰ ਲੱਭ ਕੇ ਹੋ ਗਈ ਜਲ ਵਲੀ। ਸਰਗੀ ਦੀ ਲੋ ਆਖਦੀ ਹੈ ਕਿ ਜੇ ਤੂੰ ਆਸਮੀਨ ਜਦੋਂ ਲੁਕ ਜਾਣਾ ਹੈ, ਛਿਪ ਜਾਣਾ ਹੈ, ਤੇ ਮੈਂ ਤੈਨੂੰ ਲੱਭ ਲੱਭ ਕੇ ਜੱਲੀ ਹੋ ਜਾਨੀ ਹਾਂ। ਜਲ ਵਲੱਲੀ, ਕਿ ਤੈਨੂੰ ਲੱਭਦੀ ਲੱਭਦੀ ਮੈਂ ਜੱਲੀ ਹੋ ਜਾਨੀ ਹਾਂ। ਇਹ ਦੇਖੋ ਬੱਚੋ, ਇਹ ਸੂਰਜ ਦਾ ਨਜ਼ਾਰਾ ਹੈ। ਜਦੋਂ ਸੂਰਜ ਸਵੇਰੇ ਸਵੇਰੇ ਆਸਮਾਨ ਵਿੱਚ ਉਗਦਾ ਹੈ ਤੇ ਚਾਰੋਂ ਪਾਸੇ ਇੱਕ ਨਵੀਂ ਰੋਸ਼ਨੀ ਦੀ ਚਮਕ ਚਾਰੋਂ ਤਰਫ ਪੈਦਾ ਹੋ ਜਾਂਦੀ ਹੈ ਤੇ ਚਾਰੋਂ ਤਰਫ ਉਜਾਲਾ ਹੋ ਜਾਂਦੇ ਹੈ। ਸਾਰੇ ਲੋਕ ਆਪਣੇ ਕੰਮ ਧੰਦੇ ਨੂੰ ਨਿਕਲ ਪੈਂਦੇ ਹਨ। ਪੰਛੀ ਵੀ ਆਪਣਾ ਆਲਣਾ ਛੱਡ ਕੇ ਆਪਣੇ ਚੋਗੇ ਲਈ ਚੱਲ ਪੈਂਦੇ ਹਨ ਤੇ ਸਾਰੇ ਦਿਨਾਂ ਦਾ ਇੱਕ ਨਵਾਂ ਸ਼ੁਰੂਆਤ ਸ਼ੁਰੂ ਹੋ ਜਾਂਦਾ ਹੈ। ਹੁਣ ਤੂੰ ਮੇਰਾ ਲੱਭ ਵੇ ਸੂਰਜਾ, ਹੁਣ ਤੂੰ ਮੈਨੂੰ ਲੱਭ ਵੇ ਸੂਰਜਾ, ਹੁਣ ਮੈਂ ਵੀ ਲੁਕ ਚੱਲੀ। ਸਰਗੀ ਦੀ ਲੋਕੀ ਆਖਦੀ ਹੈ, ਹੁਣ ਮੈਂ ਸੂਰਜ ਤੂੰ ਹੁਣ ਮੈਨੂੰ ਲੱਭ, ਹੁਣ ਮੈਂ ਜਾ ਰਹੀ ਹਾਂ। ਕੀ ਆਖਦੀ ਹੈ? ਹੁਣ ਜਦੋਂ ਸੂਰਜ ਬੱਚੋ ਉਦੇ ਹੋ ਜਾਂਦਾ ਹੈ, ਸੂਰਜ ਨਿਕਲ ਆਉਂਦਾ ਹੈ, ਉਸ ਤੋਂ ਬਾਅਦ ਜਿਹੜੀ ਸਰਗੀ ਦੀ ਲੋ ਕੀ ਹੈ? ਉਹ ਚਲੀ ਜਾਂਦੀ ਹੈ, ਕਿਉਂਕਿ ਸੂਰਜ ਨਿਕਲਣ ਤੋਂ ਪਹਿਲੇ ਸਰਗੀ ਪ੍ਰਭਾਤ ਦਾ ਤੜਕੇ ਦਾ ਸਮਾਂ ਹੁੰਦਾ ਹੈ। ਹੁਣ ਤੂੰ ਮੈਨੂੰ ਲੱਭ ਵੇ ਸੂਰਜਾ, ਹੁਣ ਮੈਂ ਲੁਕ ਚੱਲੀ। ਜਦੋਂ ਸੂਰਜ ਨਿਕਲ ਆਉਂਦਾ ਹੈ ਤੇ ਸਰਗੀ ਦੀ ਲੋ ਆਖਦੀ ਹੈ, ਹੁਣ ਤੂੰ ਮੈਨੂੰ ਲੱਭ ਸੂਰਜ, ਹੁਣ ਤੇ ਮੈਂ ਛੁਪ ਚੱਲੀ ਹਾਂ, ਮੈਂ ਚਲੀ ਗਈ ਹਾਂ। ਅੱਗੇ ਤੈਨੂੰ ਮੈਂ ਛੇਂਦੀ ਸਾਂ, ਹੁਣ ਤੂੰ ਮੈਨੂੰ ਛੋਵੇ ਸੂਰਜਾ। ਅੱਗੇ ਤੈਨੂੰ ਮੈਂ ਛੂੰਦੀ ਸਾਂ। ਸੂਰਜ ਨੂੰ ਸਰਗੀ ਦੀ ਲੋ ਕੀ ਆਖਦੀ ਹੈ? ਪਹਿਲੇ ਤੈਨੂੰ ਮੈਂ ਛੂੰਦੀ ਸਾਂ, ਹੁਣ ਤੂੰ ਮੈਨੂੰ ਛੂ। ਕਿ ਸੂਰਜ ਹੁਣ ਤੂੰ ਮੈਨੂੰ ਛੂ, ਤੇ ਮੈਨੂੰ ਤੂੰ ਕਿਸ ਤਰ੍ਹਾਂ ਛੂ ਸਕਦੀ ਹਾਂ? ਮੈਂ ਸਰਗੀ ਦੀ ਲੋ ਹਾਂ, ਮੈਂ ਤੜਕੇ ਦੀ ਰੋਸ਼ਨੀ ਹਾਂ। ਅੱਜ ਜਦੋਂ ਮੈਂ ਸਰਗੀ ਵੇਲੇ ਸਰਗੀ ਵਿੱਚ ਨਹਾਤੀ, ਅੱਜ ਜਦੋਂ ਮੈਂ ਸਰਗੀ ਵੇਲੇ ਸਰਗੀ ਵਿੱਚ ਨਹਾਤੀ। ਕਵੀ ਸਰਗੀ ਦੀ ਲੋਕ ਕੀ ਆਖਦੀ ਹੈ ਕਿ ਅੱਜ ਜਦੋਂ ਮੈਂ ਸਰਗੀ ਵੇਲੇ ਸਵੇਰੇ ਸਵੇਰੇ ਨਹਾਤੀ ਹਾਂ, ਉਸ ਵੇਲੇ ਮੈਂ ਕਿਰਨਾਂ ਦੇ ਹੱਥ ਗੱਲ ਇਹੋ ਸੀ ਆਖੀ। ਤੇ ਉਸ ਵੇਲੇ ਮੈਂ ਸੂਰਜ ਦੇ ਕਿਰਨਾਂ ਨੂੰ ਇਹੋ ਗੱਲ ਆਖੀ ਸੀ ਕਿ ਮੈਂ ਅੱਜ ਸਰਗੀ ਦੇ ਵੇਲੇ ਨਹਾਤੀ ਹਾਂ। ਆਕੇ ਮੇਰੇ ਰੂਪ ਦਾ ਚੁੰਮਨ ਲੈ ਜਾ ਇੱਕ ਦਾ ਜਾਂ ਦੋਵੇਂ ਸੂਰਜਾ। ਸਰਗੀ ਦੀ ਲੋਹ ਨੂੰ ਕੀ ਆਖਦੀ ਹੈ ਕਵੀ? ਸਰਗੀ ਦੀ ਲੋਹ ਨੂੰ ਕੀ ਸੂਰਜ ਕੀ ਆਖਦਾ ਹੈ? ਆਕੇ ਮੇਰੇ ਰੂਪ ਦਾ ਚੁੰਮਨ, ਕਿ ਮੇਰੇ ਜਿਹੜੇ ਇਸ ਰੂਪ ਦਾ ਚੁੰਮਨ ਹੈ, ਤੂੰ ਇਸ ਨੂੰ ਲੈ ਜਾ। ਮੇਰੇ ਇਸ ਰੂਪ ਦੇ ਚੁੰਮਨ ਨੂੰ, ਅਰਥਾਤ ਮੇਰੇ ਇਸ ਜਿਹੜੇ ਪਿਆਰ ਵਰਗਾ ਜਿਹੜਾ ਚੁੰਮਨ ਹੈ,
ਲੈ ਜਾ ਤੂੰ ਮੇਰਾ ਆ ਕੇ ਮੇਰੇ ਰੂਪ ਦਾ ਚੁੰਮਣ। ਇਸ ਮੇਰੀ ਸੁੰਦਰਤਾ ਦਾ ਜਿਹੜਾ ਚੁੰਮਣ ਹੈ ਲੈ ਕੇ ਇੱਕ ਜਾ ਦੇਵੇ ਸੂਰਜ, ਜੈ ਤੂੰ ਲੈ ਜਾ ਤੇ ਜੈ ਮੈਨੂੰ ਸੂਰਜ ਦੇ ਜਾ। ਮੈਂ ਸਰਗੀ ਦੀ ਲੋ, ਮੈਂ ਤੜਕੇ ਦੀ ਰੋਸ਼ਨੀ ਹਾਂ, ਹੇ ਸੂਰਜਾ ਨਾਲ ਤੇਰੇ ਅੱਜ ਧਰਤ ਸੁਆਈ ਲੱਗਦੀ। ਇਹ ਸੂਰਜਾ, ਸੂਰਜ ਭਗਵਾਨ, ਸੂਰਜ ਦੇ ਚੜ੍ਹਨੇ ਨਾਲ ਜਿਹੜੀ ਧਰਤੀ ਮਾਂ ਹੈ ਇਹ ਬੜੀ ਸੁਹਾਈ, ਸੁਹਾਈ ਕੀ ਹੁੰਦੀ ਹੈ? ਸੁੰਦਰ, ਬੜੀ ਹੀ ਸੋਹਣੀ ਲੱਗਦੀ ਹੈ। ਸੱਚ ਪੁੱਛੇ ਤਾਂ ਤੇਰੀ ਨੈਣੀ, ਮੈਂ ਵੀ ਲਿਸ਼ਕ ਹਾਂ ਭਰਦੀ। ਸਰਗੀ ਦੀ ਲੋ ਸੂਰਜ ਨੂੰ ਕੀ ਆਖਦੀ ਹੈ? ਜੇ ਤੂੰ ਸੱਚ ਪੁੱਛੇ ਤਾਂ ਤੇਰੀ ਨੈਣੀ, ਤੇਰੇ ਨੈਣੀ, ਤੇਰੇ ਅੱਖਾਂ ਵਿੱਚ ਹੀ ਮੇਰੀ ਚਮਕ ਵਿਖਾਈ ਦੇਂਦੀ ਹੈ। ਸੱਚ ਪੁੱਛੇ ਤਾਂ ਤੇਰੀ ਨੈਣੀ, ਸਰਗੀ ਦੀ ਲੋ ਆਖਦੀ ਹੈ ਜੇ ਤੂੰ ਸੱਚ ਪੁੱਛੇ ਤਾਂ ਤੇਰੀ ਅੱਖਾਂ ਵਿੱਚ ਹੀ ਮੇਰੀ ਚਮਕ, ਮੈਂ ਵੀ ਲਿਸ਼ਕ ਹਾਂ ਭਰਦੀ। ਤੇਰੀ ਅੱਖਾਂ ਵਿੱਚ ਮੇਰੀ ਚਮਕ ਵੀ ਵਿਖਾਈ ਦਿੰਦੀ ਹੈ। ਤੇਰਾ ਮੇਰਾ ਨਹੀਂ ਹੈ ਸੱਚਾ। ਸਰਗੀ ਦੀ ਨੇ ਕੀ ਹੁੰਦਾ? ਪਿਆਰ। ਸਰਗੀ ਦੀ ਲੋ ਆਖਦੀ ਹੈ ਤੇਰਾ ਅਤੇ ਮੇਰਾ ਪਿਆਰ, ਦੋਨਾਂ ਦਾ ਪਿਆਰ ਸੱਚਾ ਪਿਆਰ ਹੈ। ਸੱਚ ਵਰਗਾ ਨਾ ਕੋਵੇ ਸੂਰਜਾ, ਮੈਂ ਸਰਗੀ ਦੀ ਲੋ। तो सरगी की लोग की आखदी है कि सूरगा सच वर्गा कोई भी नहीं है। सच वर्गा की है? तेरा ते मेरा सच्चा प्यार है। मैं सरगी दी लो हाँ, अर्थात मैं सरगी दी लो। ऐसी बच्चों इस कविता दा व्याख्या जिहड़ी कि मैं तुहानूं समझाई। इस कविता विच कवि चरण सिचवली आखदा है कि प्रभात दे समय ਜਦੋਂ ਸੂਰਜ ਭਗਵਾਨ ਨਹੀਂ ਨਿਕਲਦਾ ਉਸ ਸਮੇਂ ਜਿਹੜੀ ਸਰਗੀ ਦੀ ਲੋ ਹੈ ਉਹ ਸੂਰਜ ਨੂੰ ਆਖਦੀ ਹੈ ਕਿ ਨੂਰ ਨਾਲ, ਕਿ ਸਰਗੀ ਸੂਰਜ ਨਿਕਲਣ ਤੋਂ ਪਹਿਲੇ ਪ੍ਰਭਾਤ ਦਾ ਸਮਾਂ ਹੁੰਦਾ ਹੈ, ਤੜਕੇ ਦਾ ਸਮਾਂ ਹੁੰਦਾ ਹੈ। ਜਦੋਂ ਸੂਰਜ ਨਿਕਲ ਆਉਂਦਾ ਹੈ ਤੇ ਇਸ ਧਰਤੀ ਦਾ ਜਿਹੜਾ ਮੁਖੜਾ ਹੈ ਉਹ ਬਿਲਕੁਲ, ਧਰਤੀ ਦੇ ਮੁਖੜੇ 'ਤੇ ਪੂਰੀ ਰੋਸ਼ਨੀ ਆ ਜਾਂਦੀ ਹੈ। ਤੇ ਜੇ ਅੰਬਰ ਦਾ ਸੂਰਜ ਹੈ ਤੂੰ, ਸਰਗੀ ਦੀ ਲੋ ਆਖਦੀ ਹੈ ਜੇ ਤੂੰ ਅੰਬਰ ਦਾ ਸੂਰਜ ਹੈ ਤੇ ਮੈਂ ਵੀ ਅੰਬਰ ਦੀ ਸਰਗੀ ਹਾਂ। ਤੋ ਸਰਗੀ ਦੀ ਲੋ ਆਖਦੀ ਹੈ ਕਿ ਤੂੰ ਆਪਣੇ ਉੱਤੇ ਮਾਣ ਨਾ ਕਰੀ, ਮੈਂ ਵੀ ਤੇਰੇ ਵਰਗੀ ਹਾਂ। ਤੇਰਾ ਮੇਰਾ ਰੂਪ ਕੀ ਆਖਦੀ ਹੈ? ਸਰਗੀ ਦੀ ਲੋ ਆਖਦੀ ਹੈ ਤੇਰੇ ਰੂਪ ਅੱਗੇ, ਅਰਥਾਤ ਉਹ ਤੇ ਮੇਰੇ ਰੂਪ ਅੱਗੇ ਅੰਧੇਰਾ ਕਦੀ ਵੀ ਖਲੋ ਨਹੀਂ ਸਕਦਾ। ਜਦੋਂ ਤੂੰ ਲੁਕ ਜਾਣਾ ਹੈ ਤੇ ਮੈਂ ਪਾਗਲ ਹੋ ਕੇ ਤੈਨੂੰ ਲੱਭਦੀ ਹਾਂ। ਫਿਰ ਉਹਨੂੰ ਇਹ ਵੀ ਆਖਦੀ ਹੈ ਕਿ ਹੁਣ ਮੈਂ ਛੁਪ ਜਾਨੀ ਹਾਂ ਤੇ ਤੂੰ ਮੈਨੂੰ ਲੱਭ। ਜਦੋਂ ਮੈਂ ਤੈਨੂੰ ਛੂਹਨੀ ਹਾਂ ਹੁਣ ਤੂੰ ਮੈਨੂੰ ਛੂ। ਜਦੋਂ ਮੈਂ ਸਰਗੀ ਵੇਲੇ ਨਹਾਨੀ ਹਾਂ ਤੇ ਤੇਰੀ ਕਿਰਨਾਂ ਦੇ ਗੱਲ ਇਹੋ ਸੀ ਆਖੀ। ਤੇ ਤੇਰੀ ਕਿਰਨਾਂ ਦੇ ਅੱਗੇ ਗੱਲ ਕੀ ਹੈ? ਇਹੋ ਆਖੀ ਸੀ ਕਿ ਮੇਰਾ ਜਿਹੜਾ ਰੂਪ ਹੈ ਉਹ ਸੂਰਜ ਦੇ ਵਾਂਗ ਹੀ ਚਮਕਣਾ ਹੈ। ਤੇ ਅੱਜ ਸੂਰਜ ਦੇ ਨਿਕਲਣ ਦੇ ਨਾਲ ਜਿਹੜੀ ਧਰਤੀ ਹੈ ਬੜੀ ਸੁਹਾਣੀ ਹੋ ਜਾਂਦੀ ਹੈ, ਬੜੀ ਸੋਹਣੀ ਹੋ ਜਾਂਦੀ ਹੈ। ਸੱਚ ਪੁੱਛੇ ਤਾਂ ਤੇਰੇ ਨੈਣਾਂ ਵਿੱਚ ਹੀ ਤੇਰੀ ਅੱਖਾਂ ਵਿੱਚ ਹੀ ਮੇਰੀ ਚਮਕ ਵਿਖਾਈ ਦਿੰਦੀ ਹੈ। ਤੇਰਾ ਤੇ ਮੇਰਾ ਰਿਸ਼ਤਾ ਸੱਚ ਵਰਗਾ ਹੈ, ਸੱਚ ਵਰਗਾ ਤੇਰਾ ਤੇ ਮੇਰਾ ਰਿਸ਼ਤਾ ਹੈ ਤੇ ਮੈਂ ਸਰਗੀ ਦੀ ਲੋ ਹਾਂ।